ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਤੀਜਾ। ਏ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਏ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ, ਗੁਰਮੁਖ ਮਿਲੈ ਵਡਿਆਈ। ਸਾਚੈ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇੜਾ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨਾ ਭਵ ਜਲ ਫੇਰਾ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇਰਾ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨਾ ਭਵ ਜਲ ਫੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਦਾਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਦਸਾਂ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੈ ਜਗ ਬਹੁਰਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਵਿਖੇ ਸੁਭਾਏਮਾਨ ਹੋ ਕੇ ਗੁਰੂ ਕੀ ਪਵਿੱਤਰ ਗੁਰਬਾਣੀ ਦੇ ਲਾਹੇ ਪ੍ਰਾਪਤ ਕੀਤੇ ਹਨ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ 'ਤੇ ਜੋ ਬਹੁਤ ਵੱਡਾ ਪਰਉਪਕਾਰ ਕਰਕੇ ਇਹ ਗੁਰਬਾਣੀ ਦਾ ਖਜ਼ਾਨਾ ਗੁਰਸਿੱਖਾਂ ਨੂੰ ਬਖਸ਼ਿਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਵਾਹਿਗੁਰੂ ਪਰਮੇਸ਼ਰ ਦੇ ਨਾਲ ਸੁਰਤ ਜੋੜਨ ਦਾ ਸੌਖਾ ਤਰੀਕਾ ਕਲਯੁਗ ਵਿੱਚ ਕੀਰਤਨ ਹੀ ਹੈ। ਇਸ ਤੋਂ ਵੱਧ ਕੇ ਹੋਰ ਕੋਈ ਸਾਧਨ, ਕੋਈ ਤਰੀਕਾ ਇਕਾਗਰਤਾ ਦਾ ਪ੍ਰਭੂ ਨਾਲ ਮਿਲਣ ਦਾ ਨਹੀਂ ਹੈ। ਸੋ ਮਹਾਰਾਜ ਸਾਹਿਬ ਜੀ ਨੇ ਜਿੱਥੇ ਕੀਰਤਨ ਨੂੰ ਪ੍ਰਧਾਨ ਕਿਹਾ, ਉੱਥੇ ਗੁਰੂ ਕੀ ਬਾਣੀ ਦੀ ਕਥਾ ਨੂੰ ਸਰਵੋਤਮ ਕਿਹਾ ਹੈ। ਆਓ ਹੁਣ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਕਥਾ ਦਾ ਆਨੰਦ ਮਾਣੀਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਆਪਣੀ ਸੁਰਤੀ ਜੋੜੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੀ ਡਾਵਾਂਡੋਲ ਹਾਲਤ ਦੱਸ ਰਹੇ ਹਨ। ਜੋ ਇਹ ਸੰਸਾਰ ਦੇ ਵਿੱਚ ਇਹ ਜੀਵ ਆਤਮਾ ਆਈ ਹੈ ਅਤੇ ਇਸ ਸਰੀਰ ਨਾਲ ਮੋਹ ਪੈਣ ਕਰਕੇ ਵੀ ਮੈਂ ਸਰੀਰ ਹਾਂ, ਇਸ ਨੂੰ ਬੜਾ ਵੱਡਾ ਭੁਲੇਖਾ ਪੈ ਗਿਆ ਹੈ। ਹਾਲਾਂਕਿ ਇਹ ਸਰੀਰ ਤੋਂ ਪਹਿਲਾਂ ਵੀ ਆਤਮਾ ਹੈ, ਸਰੀਰ ਦੇ ਬਾਅਦ ਵੀ ਆਤਮਾ ਹੈ।
ਉਹ ਜਿਹੜੀ ਅਸਲ ਜੋਤ ਹੈ, ਮਹਾਰਾਜ ਕਹਿੰਦੇ ਮਰਨਹਾਰ ਇਹ ਜੀਰਾ ਨਾਹੀਂ। ਉਹ ਜਿਹੜਾ ਅੰਦਰ ਜੀ ਰਿਹਾ ਨਾ, ਉਹ ਜੀਣ ਵਾਲਾ ਹੀ ਹੈ, ਉਹ ਮਰਨ ਵਾਲਾ ਨਹੀਂ। ਜਿਹੜਾ ਮਰਨ ਵਾਲਾ ਹੈ ਉਹ ਮਿੱਟੀ ਪਹਿਲਾਂ ਹੀ ਮਰਿਆ ਹੋਇਆ ਹੈ। ਸਾਡਾ ਇਹ ਸਰੀਰ, ਇਹਦੇ ਵਿੱਚ ਅਸੀਂ ਰੋਜ਼ ਆਉਂਦੇ ਹਾਂ ਅਤੇ ਰੋਜ਼ ਇਹਦੇ ਵਿੱਚੋਂ ਜਾਂਦੇ ਹਾਂ। ਇਹ ਸਰੀਰ ਵੀ ਆਉਂਦਾ ਹੈ ਅਤੇ ਜਾਂਦਾ ਹੈ, ਪਰ ਜਿਹੜਾ ਵਿੱਚ ਬੈਠਾ ਚੇਤਨ ਭਗਵਾਨ ਅਕਾਲ ਪੁਰਖ ਦੀ ਜੋਤ ਆਤਮਾ ਹੈ, ਅੰਤःਕਰਨ ਵਿਸ਼ਿਸ਼ਟ ਜੀ ਹੋਣ ਕਰਕੇ ਜੀਵ ਕਹਾਉਂਦਾ ਹੈ, ਉਹ ਜੰਮਣ ਮਰਨ ਤੋਂ ਰਹਿਤ ਅਵਿਨਾਸੀ ਜੋਤ ਸਰੂਪ ਹੈ। ਬਸ ਅੰਤःਕਰਨ ਕਰਕੇ ਜੀਵ ਜਿਹੜਾ ਹੈ ਉਹ ਆਉਣ ਜਾਣ ਦੇ ਚੱਕਰ 'ਚ ਪਿਆ ਰਹਿੰਦਾ ਹੈ। ਜਦੋਂ ਅੰਤःਕਰਨ ਤੋਂ ਵੀ, ਸੂਖਸ਼ਮ ਦੇਹ ਤੋਂ ਵੀ ਆਪਣੇ ਆਪ ਨੂੰ ਭਿੰਨ ਕਰ ਲੈਂਦਾ ਹੈ ਅਤੇ ਅਕਾਲ ਪੁਰਖ ਦੀ ਜੋਤ ਨਾਲ ਮਿਲ ਕੇ ਇੱਕਮਿਕ ਹੋ ਜਾਂਦਾ ਹੈ, ਉਦੋਂ ਫਿਰ ਇਹਦਾ ਆਉਣਾ ਜਾਣਾ, ਜੰਮਣਾ ਮਰਨਾ, ਭਟਕਣਾ, ਦੁਖੀ ਸੁਖੀ ਹੋਣਾ ਉਹ ਖਤਮ ਹੋ ਜਾਂਦਾ ਹੈ। ਸੋ ਸਤਿਗੁਰੂ ਜੀ ਕਿਸ ਪ੍ਰਕਾਰ ਨਾਲ ਸਮਝਾ ਰਹੇ ਹਨ, ਆਓ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਸਰਵਣ ਕਰੀਏ। ਪਿਆਰ ਸਹਿਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿ ਵਡਹੰਸ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਵਡਹੰਸ ਰਾਗ ਵਿੱਚ ਇਹ ਪਾਵਨ ਬਚਨ ਕਲਯੁਗੀ ਜੀਵਾਂ ਦੇ ਕਲਿਆਣ ਵਾਸਤੇ ਉਚਾਰਨ ਕੀਤੇ ਹਨ। ਇਹ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਹੇ ਮੇਰੇ ਮਨ, ਇਹ ਸੰਸਾਰ ਜਿਹੜਾ ਸੰਸਿਆਂ ਵਿੱਚ ਪਿਆ ਹੋਇਆ ਹੈ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਹਰ ਵੇਲੇ ਚਿੰਤਾ ਹੀ ਹੈ। ਔਰ ਚਿੰਤਾ ਹਮੇਸ਼ਾ ਭਵਿੱਖ ਦੀ ਲੱਗੀ ਹੋਈ ਹੈ, ਫਿਊਚਰ ਦੀ ਹੈ। ਦੁਨੀਆ 'ਤੇ ਕੋਈ ਵੀ ਆਦਮੀ ਕਿਤੇ ਵੀ ਸੰਤੁਸ਼ਟ ਨਹੀਂ ਹੋਇਆ, ਸੈਟਿਸਫਾਈ ਨਹੀਂ ਹੋਇਆ। ਅੱਜ ਤੱਕ ਤਾਂ ਵਧੀਆ ਰਿਹਾ ਹੈ, ਪਰ ਹੁਣ ਕੱਲ੍ਹ ਨੂੰ ਕੀ ਹੋਣਾ। ਹੋਰ ਭਾਵੇਂ ਕੁਛ ਵੀ ਚਿੰਤਾ ਨਾ ਹੋਵੇ, ਦੋ ਚੀਜ਼ਾਂ ਦੀ ਚਿੰਤਾ ਜ਼ਰੂਰ ਹੈ। ਉਹ ਚਿੰਤਾ ਕਾਹਦੀ ਹੈ? ਇੱਕ ਤਾਂ ਬੁਢੇਪਾ ਆਉਣਾ ਅੱਗੇ, ਔਰ ਦਿਨੋਂ ਦਿਨ ਆ ਰਿਹਾ ਹੈ। ਅੱਖਾਂ ਦੀ ਜੋਤ ਘਟ ਜਾਣੀ ਹੈ, ਕੰਨਾਂ ਦੀ ਜੋਤ ਸੁਣਨ ਸ਼ਕਤੀ ਘਟ ਜਾਣੀ ਹੈ, ਗੋਡਿਆਂ ਨੇ ਜਵਾਬ ਦੇਣਾ ਹੈ, ਬੁਢੇਪੇ ਵਿੱਚ ਮੈਂ ਕੀ ਕਰਾਂਗਾ, ਮੈਨੂੰ ਕੌਣ ਸਾਂਭੇਗਾ, ਕਿਰਿਆ ਮੇਰੇ ਸਰੀਰ ਦੀ ਕਿਵੇਂ ਚੱਲੇਗੀ, ਬਿਮਾਰੀਆਂ ਦੇ ਰੋਗ ਜਦੋਂ ਘੇਰ ਲੈਣਗੇ ਉਦੋਂ ਮੈਂ ਕੀ ਕਰਾਂਗਾ। ਅਤੇ ਉਸ ਤੋਂ ਬਾਅਦ ਮਰਨਾ ਵੀ ਪਏਗਾ। ਕਈ ਬਜ਼ੁਰਗਾਂ ਦੇ ਮੂੰਹ ਤੋਂ ਮੈਂ ਇਸ ਵਚਨ ਸੁਣਿਆ, ਕਹਿੰਦੇ ਜੀ ਮਰਨਾ ਵੀ ਪਏਗਾ। ਕਿਉਂ? ਅੰਦਰ ਕਿਤੇ ਬੜਾ ਵੱਡਾ ਇਸ ਗੱਲ ਦਾ ਡਰ ਬੈਠਾ ਹੋਇਆ ਹੈ। ਸੰਸ਼ੇ ਵਿੱਚ ਹੀ ਹੈ ਸੰਸਾਰ, ਹਰ ਵੇਲੇ ਸੰਸਰਿਤ ਹੋਇਆ ਪਿਆ, ਪਸਰਿਆ ਪਿਆ। ਇੱਧਰ ਉੱਧਰ ਬਿਰਤੀਆਂ ਖਿੰਡੀਆਂ ਪਈਆਂ ਨੇ। ਕੁਛ ਬਿਰਤੀ ਪੁੱਤਰਾਂ ਵਿੱਚ, ਕੋਈ ਧੀਆਂ ਵਿੱਚ, ਕੋਈ ਕਾਰੋਬਾਰ ਵਿੱਚ, ਕੋਈ ਸੱਜਣਾ ਮਿੱਤਰਾਂ ਵਿੱਚ, ਕੋਈ ਬਿਰਤੀ ਕਾਮ ਵਿੱਚ, ਕੋਈ ਕ੍ਰੋਧ ਵਿੱਚ, ਕੋਈ ਲੋਭ ਵਿੱਚ, ਕੋਈ ਮੋਹ ਵਿੱਚ, ਕੋਈ ਹੰਕਾਰ ਵਿੱਚ। ਇਹ ਸਾਡੀਆਂ ਮਨੋ ਤਰੰਗਾਂ ਜਿਹੜੀਆਂ ਨੇ ਉਹ ਸੰਸਰਿਤ ਹੋਈਆਂ ਹਨ। ਸੰਸਾਰ ਇਹਨੂੰ ਹੀ ਕਹਿੰਦੇ ਹਨ। ਸੰਸਾਰ ਦੇ ਮੁੱਖ ਅਰਥ ਜਿਹੜੇ ਵਿਦਵਾਨਾਂ ਨੇ ਕੀਤੇ ਨੇ, ਇੱਕ ਤਾਂ ਸੰਸਰਿਤ ਹੋਣਾ, ਪਸਰ ਜਾਣਾ। ਸਾਡੇ ਮਨ ਦਾ ਮੋਹ ਪਦਾਰਥਾਂ ਵੱਲ, ਰਿਸ਼ਤਿਆਂ ਵੱਲ, ਸੰਬੰਧਾਂ ਵੱਲ, ਮਾਇਆ ਵੱਲ ਪਸਰਿਆ ਹੋਇਆ, ਇਹਨੂੰ ਕਹਿੰਦੇ ਸੰਸਾਰ। ਅਤੇ ਫਿਰ ਦੂਜਾ ਅਰਥ ਭਾਈ ਗੁਰਦਾਸ ਜੀ ਨੇ ਕੀਤਾ, ਸੰਸਾ ਇਹ ਸੰਸਾਰ ਹੈ। ਸੰਸਾਰਗ੍ਰਸਤ ਹੋਣਾ ਸੰਸਾਰ ਹੈ। ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਇਹ ਸੰਸਾਰ ਹੈ। ਅੰਤ ਸੱਚ ਨਿਬੇੜਾ ਰਾਮ। ਅੰਤ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਬੇੜਾ ਹੋਏਗਾ ਜਦੋਂ ਸੱਚ ਸਰੂਪ ਦੀ ਪਛਾਣ ਕਰ ਲਵਾਂਗੇ। ਜੋ ਅਕਾਲ ਪੁਰਖ ਸੱਚ ਹੈ, ਆਦਿ ਸੱਚ, ਜੁਗਾਦ ਸੱਚ,
ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਨਾ ਓਏ ਮਰਹਿ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਹਿਰਦੇ 'ਚ ਇਹ ਸੱਚ ਵਸ ਗਿਆ ਉਹ ਨਹੀਂ ਮਰਦੇ, ਕਿਉਂਕਿ ਉਹ ਸੱਚ ਨਾਲ ਜੁੜ ਗਏ। ਸੱਚ ਮਰਦਾ ਨਹੀਂ ਨਾ। ਸੱਚ ਪੁਰਾਣਾ ਹੋਵੇ ਨਹੀਂ, ਸੀਤਾ ਕਦੇ ਨਾ ਪਾਟੈ। ਝੂਠ ਉਹ ਹੁੰਦਾ ਹੈ ਜਿਹੜਾ ਪਹਿਲੇ ਨਾ ਹੋਵੇ ਅਤੇ ਬਾਅਦ ਵਿੱਚ ਨਾ ਰਵੇ। ਬਨਾਵਟੀ ਜਿਹੀ ਚੀਜ਼ ਬਣੀ ਹੈ, ਹੁਣੇ ਹੁਣੇ ਬਣਾਈ ਹੈ, ਉਹ ਅੱਜ ਕੱਲ੍ਹ ਪਰਸੋਂ ਸਮੇਂ ਨਾਲ ਜਿਹੜੀ ਚੀਜ਼ ਬਣਦੀ ਹੈ, ਸਮਾਂ ਜਿਹੜੀ ਚੀਜ਼ ਨੂੰ ਬਣਾਉਂਦਾ ਹੈ ਉਸੇ ਚੀਜ਼ ਨੂੰ ਸਮਾਂ ਹੀ ਖਾ ਜਾਂਦਾ ਹੈ। ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਸਮੇਂ 'ਚ ਨਾ ਬਣੀ ਹੋਵੇ, ਔਰ ਐਸੀ ਚੀਜ਼ ਵੀ ਕੋਈ ਨਹੀਂ ਜਿਹੜੀ ਸਮੇਂ ਨੇ ਨਾ ਖਾਧੀ ਹੋਵੇ। ਅਸੀਂ ਨਵੇਂ ਮਕਾਨ ਬਣਾਉਂਦੇ ਹਾਂ। ਅੱਜ ਕੱਲ੍ਹ ਤਾਂ ਖੈਰ ਇੰਨੇ ਵਧੀਆ ਮਕਾਨ ਨਹੀਂ ਬਣਦੇ। ਵੱਧ ਤੋਂ ਵੱਧ 50 ਸਾਲ 100 ਸਾਲ ਦੇ ਹਿਸਾਬ ਨਾਲ ਬਣਦੇ ਹਨ। ਪਿਛਲੇ ਜ਼ਮਾਨਿਆਂ ਵਿੱਚ ਐਸੇ ਮਕਾਨ ਬਣਾਏ ਗਏ ਜਿਹੜੇ ਲੱਖਾਂ ਸਾਲ ਵੀ ਬਣੇ ਰਹਿਣ, ਹਜ਼ਾਰਾਂ ਸਾਲ ਬਣੇ ਰਹਿਣ, ਇੱਦਾਂ ਦੀ ਉਮੀਦ ਨਾਲ ਬਣਾਏ ਗਏ। ਗਹਿਰੀ ਕਰਕੇ ਨੀਮ ਖੁਦਾਈ, ਉੱਪਰ ਮੰਡਪ ਛਾਏ। ਕਿਲ੍ਹੇ ਬਣਾਏ ਗਏ ਬੜੇ ਬੜੇ ਵੱਡੇ ਮਜ਼ਬੂਤ ਪੱਥਰਾਂ ਦੇ, ਹਜ਼ਾਰਾਂ ਸਾਲ ਰਹਿਣਗੇ। ਪਰ ਉਹ ਵੀ ਮਹਾਰਾਜ ਕਹਿੰਦੇ ਢਹਿੰਦੇ ਡਿੱਠ ਮੈਂ, ਸੇਬ ਵੀ ਢਹਿੰਦੇ ਡਿੱਠ ਮੈਂ, ਮੁੱਧ ਨਾ ਗਰਭ ਥਣੀ। ਗਚ ਜੇ ਲੱਗਾ ਗਿੜਵੜੀ, ਸਖੀਏ ਧੌਲ ਹਰੀ। ਜਿਨ੍ਹਾਂ ਨੂੰ ਬੜਾ ਚੂਨਾ ਲਾ ਕੇ, ਬੜੀਆਂ ਪੱਕੀਆਂ ਇੱਟਾਂ ਲਾ ਕੇ ਜਾਂ ਪੱਥਰ ਲਾ ਕੇ ਬਣਾਇਆ ਗਿਆ, ਕਿਉਂਕਿ ਪੱਥਰ ਛੇਤੀ ਕੀਤਿਆਂ ਗਲਦਾ ਨਹੀਂ। ਇੱਟਾਂ ਤਾਂ ਫਿਰ ਵੀ ਮਿੱਟੀ ਦੀਆਂ ਖੁਰ ਜਾਂਦੀਆਂ, ਪੀਲੀਆਂ ਹੋ ਜਾਂਦੀਆਂ, ਪਰ ਜਿਹੜਾ ਪੱਥਰ ਹੈ, ਪੱਥਰ ਹਜ਼ਾਰਾਂ ਸਾਲ ਪਿਆ ਰਹਿੰਦਾ, ਲੱਖਾਂ ਸਾਲ ਪਿਆ ਰਹਿੰਦਾ। ਪੱਥਰ ਕੱਟ ਕੱਟ ਕੇ ਮਕਾਨ ਬਣਾਏ। ਪਰ ਗੁਰੂ ਸਾਹਿਬ ਕਹਿੰਦੇ ਸੇਬ ਵੀ ਢਹਿੰਦੇ ਡਿੱਠ ਮੈਂ, ਉਹ ਵੀ ਮੈਂ ਢਹਿੰਦੇ ਵੇਖੇ ਆ। ਫਿਰ ਸਰੀਰ ਸਾਨੂੰ ਮਹਾਰਾਜ ਨੇ, ਪਰਮੇਸ਼ਰ ਨੇ ਦਿੱਤੇ ਨੇ। ਜਵਾਨੀ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਵੀ ਇਹ ਸਰੀਰ ਕਦੀ ਬੁੱਢਾ ਵੀ ਹੋਵੇਗਾ। ਇਹਨਾਂ ਅੱਖਾਂ ਦੀ ਜੋਤ ਘਟੇਗੀ ਜਾਂ ਇਹ ਕੰਨਾਂ 'ਚ ਸੁਣਨ ਸ਼ਕਤੀ ਨੂੰ ਫਰਕ ਪਏਗਾ, ਜਾਂ ਮੇਰੇ ਗੋਡੇ ਜਵਾਬ ਦੇਣਗੇ। ਪਰ ਦੇ ਜਾਂਦੇ ਆ। ਸਮਾਂ ਸਭ ਚੀਜ਼ਾਂ ਨੂੰ ਪੁਰਾਣਾ ਵੀ ਕਰਦਾ ਹੈ, ਬੁੱਢਾ ਵੀ ਕਰਦਾ ਹੈ ਅਤੇ ਮਾਰਦਾ ਵੀ ਹੈ। ਕਾਲ ਪਾਏ ਬ੍ਰਹਮਾ ਬਪ ਧਰਾ। ਜਿਹੜਾ ਬ੍ਰਹਮਾ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਹੈ, ਉਹਨੇ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਕਾਲ ਦੇ ਅਧੀਨ ਹੀ ਜਨਮ ਲਿਆ ਹੈ। ਕਾਲ ਪਾਏ ਸ਼ਿਵਜੂ ਅਵਤਰਾ। ਸ਼ਿਵ ਜੀ ਵੀ ਕਾਲ ਦੇ ਅਧੀਨ ਹੈ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਾ ਕਾਲ ਦੇ ਅਧੀਨ ਹੈ ਵਰਤਾਰਾ। ਮਹਾਰਾਜ ਕਹਿੰਦੇ ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਵਿਨਾਸੀ। ਧਰਤੀ ਵੀ ਖਤਮ ਹੋਣੀ ਇੱਕ ਦਿਨ, ਆਕਾਸ਼ ਪਤਾਲ ਚੰਦ ਸੂਰਜ ਵੀ ਮਿਟਣੇ ਹਨ। ਅਸੀਂ ਸਿਰਫ ਮਨੁੱਖ ਦੇ ਜਾਮੇ ਦੇ ਸੁਪਨੇ ਵਿੱਚ ਉਲਝ ਗਏ ਹਾਂ। ਆਤਮਾ ਨੇ ਬੜੇ ਸੁਪਨੇ ਵੇਖੇ ਨੇ। ਇੱਕ ਸੁਪਨਾ ਜਾਗਰਤ ਦਾ ਅਸੀਂ ਦੇਖ ਰਹੇ ਹਾਂ, ਜਾਗ ਅਵਸਥਾ ਦਾ, ਅਤੇ ਉਹ ਵੀ ਮਨੁੱਖ ਦੇ ਜਾਮੇ 'ਚ ਦੇਖਣ ਕਰਕੇ ਵੀ ਇਹ ਧਰਤੀ ਦੇ ਅਸੀਂ ਮਾਲਕ ਹਾਂ, ਅਸੀਂ ਇੱਥੋਂ ਦੇ, ਜੋ ਸਾਡਾ ਹੁਕਮ ਚੱਲਦਾ ਹੈ, ਸਾਡੀ ਇੱਥੇ ਚੌਧਰ ਹੈ, ਇੱਦਾਂ ਹੀ ਰਹਿਣਾ ਸਾਰਾ ਕੁਛ। ਨਹੀਂ, ਕੁਛ ਨਹੀਂ ਰਹਿਣਾ। ਮਹਾਰਾਜ ਕਹਿੰਦੇ ਜਾਂ ਰਹਿਣਾ ਨਹੀਂ ਐਤ ਜਗ, ਤਾਂ ਕਾਇਤ ਗਾਰਵ ਹੰਡੀ ਹੈ। ਇਹ ਸੰਸਾਰ ਨੇ ਨਹੀਂ ਰਹਿਣਾ ਅਤੇ ਤੂੰ ਕਾਹਦਾ ਹੰਕਾਰ ਕਰਦਾ ਹੈ? ਤੂੰ ਵੀ ਇੱਥੇ ਨਹੀਂ ਰਹਿਣਾ, ਤੂੰ ਵੀ ਇੱਥੇ ਨਹੀਂ ਰਹਿਣਾ, ਅਤੇ ਇਹਨੇ ਵੀ ਇੱਥੇ ਨਹੀਂ ਰਹਿਣਾ। ਸੰਸਾਰ ਨੇ ਇਹ ਵੀ ਵਿਨਸੇਗਾ। ਚੰਦ ਸੂਰ ਵਿਨਾਸੀ, ਅੰਤ ਸੱਚ ਨਿਬੇੜਾ ਰਾਮ। ਅੰਤ ਸਾਰਾ ਕੁਝ ਸੱਚ ਵਿੱਚ ਹੀ ਸਮਾਏਗਾ। ਉਹ ਸੱਚ ਨੂੰ ਲੱਭੋ, ਤੁਹਾਡੇ ਅੰਦਰ ਹੈ। ਆਪਣੇ ਆਪ ਨੂੰ ਦੇਖੋ, ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ,
ਉਹਦੇ ਵਿੱਚ ਸਭ ਨੇ ਲੀਨ ਹੋਣਾ ਹੈ। ਕੋਈ ਦੇਰੀ ਨਾਲ ਹੋ ਜਾਏ, ਕੋਈ ਸਵੇਰੇ ਹੋ ਜਾਏ, ਭਾਵੇਂ ਹੁਣੇ ਹੋ ਜਾਏ। ਆਜ ਮਿਲਾਵਾ ਸੇਖ ਫਰੀਦ ਟਾਕਮ ਕੂੰਜੜੀਆਂ, ਅੱਜ ਮਿਲ ਸਕਦਾ ਹੈ। ਆਪਣੀਆਂ ਕੂੰਜਾਂ ਨੂੰ ਤੇ ਰੋਕ ਲਓ। ਕੂੰਜਾਂ ਕਿਹੜੀਆਂ ਨੇ? ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨੋਬਿਰਤੀਆਂ, ਖਿਆਲ, ਜਿਹੜੇ ਹਰ ਵੇਲੇ ਉੱਡੇ ਹੀ ਫਿਰਦੇ ਨੇ, ਕਦੀ ਕਿੱਧਰ, ਪਾਪਾਂ ਵਿੱਚ, ਬੁਰਾਈਆਂ ਵਿੱਚ, ਚੋਰੀਆਂ ਯਾਰੀਆਂ, ਠੱਗੀਆਂ, ਬੇਈਮਾਨੀਆਂ ਵਿੱਚ, ਚੰਗੇ ਕੰਮਾਂ 'ਚ, ਮਾੜੇ ਕੰਮਾਂ 'ਚ। ਸਤੋਗੁਣੀ, ਰਜੋਗੁਣੀ, ਤਮੋਗੁਣੀ ਬਿਰਤੀਆਂ ਬਣੀਆਂ ਹੋਈਆਂ ਨੇ। ਇਹ ਰੋਕ ਲਓ। ਆਜ ਮਿਲਾਵਾ ਸੇਖ ਫਰੀਦ ਟਾਕਮ ਕੂੰਜੜੀਆਂ, ਮਨੋ ਮਚਿੰਦੜੀਆਂ, ਜਿਹੜੀਆਂ ਮਨ ਦੀਆਂ ਜਿਹੜੀਆਂ ਲਹਿਰਾਂ ਨੇ, ਮਨ ਦੇ ਫੁਰਨੇ ਨੇ, ਮਨ ਦੀਆਂ ਸੋਚਾਂ ਨੇ, ਉਹ ਰੋਕ ਲਓ। ਅੱਜ ਹੀ ਮਿਲ ਜਾਏਗਾ ਵਾਹਿਗੁਰੂ। ਨਾ ਮਿਲਿਆ ਅੱਜ, ਕੱਲ੍ਹ ਮਿਲ ਜਾਏਗਾ, ਪਰਸੋਂ ਮਿਲ ਜਾਏਗਾ। ਇਸ ਜਨਮ 'ਚ ਨਾ ਮਿਲਿਆ, ਅਗਲੇ ਜਨਮ 'ਚ ਮਿਲ ਜਾਏਗਾ। ਲੱਖਾਂ ਜਨਮਾਂ ਬਾਅਦ ਕਿੱਥੇ ਭੱਜੋਗੇ? ਉਹਦੀ ਸ਼ਰਨ ਆਉਣਾ ਹੀ ਪੈਣਾ। ਪਾਣੀ ਤਾਂ ਪੁਲ ਦੇ ਥੱਲੇ ਨਿਕਲੇਗਾ। ਅਖੀਰ ਅਕਾਲ ਪੁਰਖ ਦੀ ਸ਼ਰਨ 'ਚ ਪੈਣਾ ਹੀ ਪੈਣਾ। ਕਿੱਥੇ ਭੱਜ? ਕਿਤੇ ਨਹੀਂ। ਮਹਾਰਾਜ ਕਹਿੰਦੇ ਲਿਖੇ ਜੰਤਰ ਕੋਟੰਗ ਪੜ੍ਹੇ ਲਿਖੇ ਜੰਤਰ ਕੇਤੇ ਪੜ੍ਹੇ ਮੰਤਰ ਕੋਟੰਗ, ਬਚੈ ਗੋ ਨਾ ਕਿਉ ਹੂੰ ਕਰੇ ਕਾਲ ਚੋਟੰਗ। ਲੱਖਾਂ ਜੰਤਰ ਮੰਤਰ ਕਰ ਲਓ ਬਚਣ ਤੋਂ ਵੀ, ਮੈਂ ਮੌਤ ਤੋਂ ਬਚ ਜਾਵਾਂ। ਕੋਈ ਜੰਤਰ ਮੰਤਰ ਤੁਹਾਨੂੰ ਮੌਤ ਤੋਂ ਨਹੀਂ ਬਚਾ ਸਕਦਾ। ਕੋਈ ਵੀ ਗੁਰੂ ਪੀਰ ਅਵਤਾਰ ਪੈਗੰਬਰ ਵੀ ਤੁਹਾਨੂੰ ਮੌਤ ਤੋਂ ਨਹੀਂ ਬਚਾ ਸਕਦਾ। ਕੋਈ ਡਾਕਟਰ, ਹਕੀਮ, ਵੈਦ, ਕੋਈ ਸਾਇੰਸ, ਕੋਈ ਵੱਡੇ ਤੋਂ ਵੱਡਾ ਫਿਲੋਸਫਰ, ਗਿਆਨੀ ਤੁਹਾਨੂੰ ਮੌਤ ਤੋਂ ਨਹੀਂ ਬਚਾ ਸਕਦਾ। ਮਹਾਰਾਜ ਕਹਿੰਦੇ ਬਚੈ ਗੋ ਨੂੰ ਕਿਉਂ ਹੂੰ ਕਰੇ ਕਾਲ ਚੋਟੰ। ਕਾਲ ਨੇ ਚੋਟ ਕਰਨੀ ਹੈ, ਹਰ ਚੀਜ਼ ਤੇ ਕਰਨੀ ਹੈ, ਕੋਈ ਨਹੀਂ ਬਚੇਗਾ। ਕਹਿੰਦੇ ਫਿਰ ਜਿਸ ਜਾਤੇ ਨਾ ਛੂਟੀਐ ਮੂੜ ਕਹੂੰ ਹਸਤ, ਤਾਕੀ ਨਾ ਕਿਉਂ ਸ਼ਰਨਾਗਤ ਜਈਐ। ਹੇ ਮੂਰਖ, ਜਿਹਦੇ ਤੋਂ ਭੱਜ ਕੇ ਨਹੀਂ ਬਚ ਸਕਦਾ, ਉਹਦੀ ਸ਼ਰਨ ਪੈ ਜਾਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਹਨ ਵੀ ਜੇ ਆਪਾਂ ਕੋਈ ਕਵੇ ਵੀ ਮੈਂ ਕਾਲ ਤੋਂ, ਮੌਤ ਤੋਂ ਭੱਜ ਕੇ ਬਚਾਂਗਾ। ਕਹਿੰਦੇ ਇੱਕ ਰਾਜੇ ਨੂੰ ਸੁਪਨਾ ਆਇਆ ਵੀ ਕੱਲ੍ਹ ਮੈਂ ਤੈਨੂੰ, ਮੌਤ ਨੇ ਆ ਕੇ ਕਿਹਾ ਸੁਪਨੇ ਵਿੱਚ ਵੀ ਮੈਂ ਤੈਨੂੰ ਮਾਰਾਂਗੀ ਅਤੇ ਤੂੰ ਟਾਈਮ ਨਾਲ ਮੇਰੇ ਕੋਲ ਆ ਜਾਵੀਂ। ਰਾਜਾ ਜਦੋਂ ਉੱਠਿਆ ਘਬਰਾ ਗਿਆ। ਉਹਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ। ਕਹਿਣ ਲੱਗਾ ਵੀ ਕੀ ਕਰੀਏ, ਅੱਜ ਮੌਤ ਆਉਣੀ ਹੈ ਅਤੇ ਸਾਰੇ ਜਿਹੜੇ ਸੀ, ਜਿੰਨੇ ਵੀ ਸਿਆਣੇ ਸੀਗੇ, ਜਿੰਨੀ ਕੁ ਸਿਆਣਪ ਹੁੰਦੀ ਹੈ ਬੰਦਿਆਂ ਕੋਲ, ਮੌਤ ਦੇ ਸਾਹਮਣੇ ਸਾਰੀਆਂ ਸਿਆਣਪਾਂ ਫੇਲ ਹੋ ਜਾਂਦੀਆਂ। ਭਾਵੇਂ ਕੋਈ ਕਿੱਡਾ ਵੱਡਾ ਗਿਆਨੀ ਹੋਵੇ, ਫਿਲਾਸਫਰ ਹੋਵੇ, ਪ੍ਰੋਫੈਸਰ ਹੋਵੇ, ਡਾਕਟਰ ਹੋਵੇ, ਇੰਜੀਨੀਅਰ ਹੋਵੇ, ਵਕੀਲ ਹੋਵੇ, ਰਾਜਨੀਤਿਕ ਹੋਵੇ, ਇਹ ਪਤਾ ਲੱਗ ਜਾਵੇ ਵੀ ਅੱਜ ਜਾਂ ਕੱਲ੍ਹ ਮਰ ਜਾਣਾ, ਹੱਥਾਂ ਦੇ ਤੋਤੇ ਉੱਡ ਜਾਂਦੇ ਆ। ਰਾਜਾ ਘਬਰਾਇਆ ਸੀ। ਅਖੀਰ ਸਿਆਣਿਆਂ ਸਲਾਹਕਾਰਾਂ ਚੋਂ ਕਿਸੇ ਨੇ ਕਿਹਾ ਵੀ ਤੁਸੀਂ ਨਾ ਜਿਹੜਾ ਸਭ ਤੋਂ ਤੇਜ਼ ਘੋੜਾ ਹੈ ਉੱਤੇ ਬੈਠੋ ਅਤੇ ਨਿਕਲ ਜਾਓ ਇੱਥੋਂ ਛੇਤੀ ਛੇਤੀ। ਘੋੜੇ 'ਤੇ ਬਹਿ ਕੇ ਰਾਜਾ ਫਟਾਫਟ ਦੌੜੀ ਗਿਆ ਆਪਣੇ ਮੁਲਕ ਦੀ ਹੱਦ ਟੱਪ ਕੇ ਦੂਸਰੇ ਮੁਲਕ ਦੇ ਵਿੱਚ ਕਿਸੇ ਹੋਰ ਇਲਾਕੇ ਚਲਾ ਗਿਆ। ਸ਼ਾਮ ਪੈ ਗਈ। ਥੱਕਿਆ ਟੁੱਟਿਆ ਘੋੜੇ ਤੋਂ ਉਤਰ ਕੇ ਦਰੱਖਤ ਦੇ ਥੱਲੇ ਖੜ੍ਹਾ, ਮਾੜਾ ਜਿਹਾ ਹੀ ਅਜੇ ਖਲੋਤਾ ਸੀ ਅਤੇ ਪਿੱਛੋਂ ਕਿਸੇ ਨੇ ਪਿੱਠ 'ਤੇ ਹੱਥ ਰੱਖ ਕੇ ਆਖਿਆ, ਆ ਗਿਆ? ਪਰਤ ਕੇ ਵੇਖਿਆ, ਕੌਣ? ਕਹਿੰਦੀ ਮੈਂ ਤੇਰੀ ਮੌਤ, ਤੂੰ ਇੱਥੇ ਹੀ ਆਉਣਾ ਸੀ, ਇਹ ਜਗ੍ਹਾ ਵੀ ਲਿਖੀ ਹੋਈ ਸੀ ਤੇਰੇ ਵਾਸਤੇ। ਸੋ ਚੰਗਾ ਟਿਕਾਣੇ 'ਤੇ ਪਹੁੰਚ ਗਿਆ। ਮੈਂ ਸੋਚਦੀ ਸੀ ਤੇਰੇ ਕੋਲ ਉੱਥੇ ਕਿਵੇਂ ਆਵਾਂਗੀ, ਤੂੰ ਆਪਣੇ ਘੋੜੇ 'ਤੇ ਬਹਿ ਕੇ ਆਪ ਹੀ ਆ ਗਿਆ। ਸੋ ਮਹਾਰਾਜ ਕਹਿੰਦੇ ਵੀ ਅੰਤ ਨੂੰ ਤਾਂ ਇਹ ਹੋਣਾ ਹੀ ਹੋਣਾ।
ਤੇ ਸੱਚ ਦੀ ਸ਼ਰਨ ਪੈ ਜਾਓ ਪਰਮੇਸ਼ਰ ਦੀ। ਜੋ ਕਹੂੰ ਕਾਲ ਤੇ ਭਾਜ ਕੇ ਬਾਚੀਤ, ਤਉ ਕੋ ਕੁੰਟ ਬਿਖੇ ਭਜ ਜਾਈਐ। ਆਗੇ ਹੀ ਕਾਲ ਧਰੇ ਅਸ ਗਾਜਤ, ਛਾਜਤ ਹੈ ਜੇ ਤੇ ਨਸ ਆਈਐ। ਐਸੋ ਨ ਕਹਿ ਗਿਓ ਕੋਈ ਸੋ ਦਾਵਰੇ ਜਾਹੇ, ਉਪਾਵ ਸੋ ਘਾਵ ਬਚਈਐ। ਜਾਤੇ ਨ ਛੂਟੀਐ ਮੂੜ ਕਹੂੰ ਹਸ, ਤਾਂ ਕਿ ਨਾ ਕਿਉਂ ਸ਼ਰਨਾਗਤ ਜਾਈਐ। ਜਿਹਦੇ ਤੋਂ ਆਪਾਂ ਭੱਜ ਕੇ ਜਾ ਹੀ ਨਹੀਂ ਸਕਦੇ, ਜਿਹੜਾ ਅੱਗੇ ਹੀ ਤਲਵਾਰ ਲੈ ਕੇ ਖੜਾ ਹੈ ਝਟਕਾਉਣ ਵਾਸਤੇ, ਉਹਦੇ ਪੈਰੀਂ ਪੈ ਜਾਓ ਵੀ ਮਾਰਨਾ, ਮਾਰ ਤਾਂ ਤੂੰ ਦੇਣਾ ਹੀ ਹੈ। ਮਾਰੇਗਾ ਕਿਹਨੂੰ? ਸਰੀਰ ਨੂੰ ਹੀ ਮਾਰੇਗਾ, ਮਾਰ ਲੈ। ਆਤਮਾ ਤਾਂ ਮਰਨ ਵਾਲੀ ਨਹੀਂ, ਮਰਨ ਹਾਰੇ ਜੀਰਾ ਨਾਹੇ। ਤੋ ਮਹਾਰਾਜ ਕਹਿੰਦੇ ਉੱਥੇ ਫਿਰ ਨਿਬੇੜਾ ਹੋਵੇਗਾ। ਅੰਤ ਸੱਚ ਨਿਬੇੜਾ ਰਾਮ। ਸਾਰਿਆਂ ਨੇ ਸੱਚ ਵਿੱਚ ਸਮਾਣਾ ਹੀ ਸਮਾਣਾ, ਪਰਮੇਸ਼ਰ 'ਚ ਲੀਨ ਹੋਣਾ ਹੀ ਹੈ। ਕੋਈ ਇਸ ਜਨਮ 'ਚ ਹੋਵੇ, ਕੋਈ ਅਗਲੇ 'ਚ ਹੋਵੇ, ਕੋਈ ਇਸ ਕਲਪ 'ਚ ਹੋਵੇ, ਕੋਈ ਅਗਲੇ ਕਲਪ 'ਚ ਹੋਵੇ, ਕੋਈ ਅਰਬਾਂ ਖਰਬਾਂ ਸਾਲ ਬਾਅਦ ਵੀ ਹੋਵੇ। ਆਤਮਾ ਦਾ ਪਰਮਾਤਮਾ ਤੋਂ ਬਿਨਾਂ ਹੋਰ ਟਿਕਾਣਾ ਕੋਈ ਨਹੀਂ। ਸਾਹਿਬ ਕਲਗੀਧਰ ਜੀ ਮਹਾਰਾਜ ਇੱਕ ਬਚਨੇ ਵੀ ਲਿਖਦੇ ਨੇ। ਉਹ ਕਹਿੰਦੇ ਜੈਸੇ ਏਕ ਧੂਰ ਤੇ ਕਨੂਕਾ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਂਗੇ। ਹਨੇਰੀ ਆਉਣ ਨਾਲ ਮਿੱਟੀ ਦੇ ਕਣ ਉੱਡ ਉੱਡ ਕੇ ਅਸਮਾਨ ਨੂੰ ਚੜ੍ਹਦੇ ਨੇ। ਉਹ ਮਿੱਟੀ ਦੇ ਕਣ ਅਖੀਰ ਕਿੱਥੇ ਜਾਂਦੇ ਨੇ? ਮਿੱਟੀ ਵਿੱਚ ਹੀ ਜਾ ਕੇ ਫਿਰ ਬੈਠ ਜਾਂਦੇ ਨੇ। ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੈ, ਨਿਆਰੇ ਨਿਆਰੇ ਹੋਏ ਕਿਆ ਫਿਰ ਆਗ ਮੈਂ ਮਿਲਾਹੇਂਗੇ। ਅੱਗ ਦੇ ਵਿੱਚੋਂ ਕਿੰਨੀਆਂ ਚੰਗਾੜੀਆਂ ਨਿਕਲਦੀਆਂ, ਲਾਟਾਂ ਨਿਕਲਦੀਆਂ, ਅੱਗ ਦੀਆਂ ਲਾਟਾਂ ਅੱਗ ਵਿੱਚ ਹੀ ਸਮਾ ਜਾਂਦੀਆਂ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭ ਹੈ ਪਾਨ ਹੀ ਕਹਾਏਂਗੇ। ਪਾਣੀ ਵਿੱਚੋਂ ਕਿੰਨੀਆਂ ਲਹਿਰਾਂ, ਲੱਖਾਂ ਕਰੋੜਾਂ ਆਪਾਂ ਜਾ ਕੇ ਸਮੁੰਦਰ 'ਤੇ ਦੇਖ ਸਕਦੇ ਹਾਂ, ਕਿੰਨੀਆਂ ਲਹਿਰਾਂ ਉੱਠ ਰਹੀਆਂ ਨੇ, ਪਰ ਉਹ ਪਾਣੀ ਦੀਆਂ ਲਹਿਰਾਂ ਪਾਣੀ ਵਿੱਚ ਹੀ ਸਮਾਈ ਜਾਂਦੀਆਂ ਨੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ। ਵਿਸ਼ਵ ਰੂਪ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਵਿਸ਼ਨੂੰ ਤੋਂ ਅਭੂਤ ਤੇ ਭੂਤ। ਭੂਤ ਕਹਿੰਦੇ ਨੇ ਤੱਤਾਂ ਨੂੰ, ਜਿਹੜੇ ਪੰਜ ਤੱਤ ਨੇ, ਆਕਾਸ਼, ਵਾਯੂ, ਅਗਨੀ, ਜਲ ਔਰ ਪ੍ਰਿਥਵੀ। ਤੇ ਅਭੂਤ ਜੋ ਪੰਜਾਂ ਤੱਤਾਂ ਤੋਂ ਰਹਿਤ ਆਤਮਾ ਹੈ, ਚੇਤਨ ਸੱਤਾ ਹੈ, ਮਨ ਬੁੱਧ ਚੇਤਨਕਾਰ ਸੂਖਮ ਰੂਪ ਹਨ। ਉਹ ਸਾਰੇ ਉਹ ਵੀ ਤੇਰੇ ਤੋਂ ਹੀ ਪੈਦਾ ਹੁੰਦੇ ਨੇ। ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭ ਹੈ, ਤਾਂ ਹੀ ਮੈਂ ਸਮਾਹੇਂਗੇ। ਉਹ ਸਭ ਉਹਦੇ ਵਿੱਚੋਂ ਪੈਦਾ ਹੋ ਕੇ ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਅੰਤ ਸੱਚ ਨਿਬੇੜਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਜੋ ਆਪ ਕਿਰਪਾ ਨਿਧਾਨ ਸੱਚੇ ਪਾਤਸ਼ਾਹ ਮਿਹਰ ਕਰਕੇ ਬਖਸ਼ ਲਵੇ, ਦੁਬਾਰਾ ਇਸ ਸੰਸਾਰ 'ਚ ਗੇੜਾ ਨਾ ਵੱਜੇ। ਅਬ ਕੀ ਬਾਰ ਬਖਸ਼ ਬੰਦੇ ਕੋ, ਬੌਰ ਨਾ ਭਵਜਲ ਫੇਰਾ। ਫਿਰ ਹੋਏ ਨਾ ਫੇਰਾ, ਅੰਤ ਸੱਚ ਨਿਬੇੜਾ। ਗੁਰਮੁਖ ਮਿਲੈ ਵਡਿਆਈ। ਫਿਰ ਨਾ ਇੱਥੇ ਗੇੜਾ ਪਵੇ, ਕਿਉਂਕਿ ਇੱਥੇ ਤਾਂ ਹਮੇਸ਼ਾ ਦੁੱਖ ਹੀ ਦੁੱਖ ਹਨ, ਪਰੇਸ਼ਾਨੀਆਂ ਹੀ ਹਨ। ਸਭ ਤੋਂ ਵੱਡਾ ਜੰਮਣ ਮਰਨ ਦਾ ਦੁੱਖ ਹੈ। ਜੰਮਣਾ, ਮਾਂ ਦੇ ਪੇਟ 'ਚ ਪੁੱਠੇ ਲਟਕਣਾ ਕੋਈ ਸੌਖਾ ਕੰਮ ਨਹੀਂ। ਉਸ ਵੇਲੇ ਜਿਹੜੀ ਜੀਵ ਆਤਮਾ ਦੀ ਹਾਲਤ ਹੁੰਦੀ ਉਹ ਉਸੇ ਨੂੰ ਪਤਾ ਹੈ। ਫਿਰ ਇੱਥੇ ਆ ਕੇ ਕਿਹੜਾ ਬੰਦਾ ਸਾਰੀ ਉਮਰ ਸੁਖੀ ਰਹਿੰਦਾ? ਅਤੇ ਮਰਨ ਵੇਲੇ ਦੀ ਪੀੜ ਤਾਂ ਬਹੁਤ ਜ਼ਿਆਦਾ ਹੈ। ਮਹਾਰਾਜ ਇਸ ਤੋਂ ਕੱਢ ਲਵੇ ਤਾਂ ਕਿੰਨਾ ਚੰਗਾ ਹੋਵੇ। ਤੋ ਕਹਿੰਦੇ ਆਪੇ ਸੱਚਾ ਬਖਸ਼ ਲਏ। ਜਦੋਂ ਆਪ ਕਿਰਪਾ ਕਰਕੇ ਬਖਸ਼ ਲੈਂਦਾ, ਫਿਰ ਹੋਏ ਨਾ ਫੇਰਾ ਰਾਮ। ਫਿਰ ਇਸ ਸੰਸਾਰ ਦੇ ਵਿੱਚ ਮੁੜ ਕੇ ਗੇੜਾ ਨਹੀਂ ਵੱਜਦਾ। ਫਿਰ ਹੋਏ ਨਾ ਫੇਰਾ, ਅੰਤ ਸੱਚ ਨਿਬੇੜਾ। ਫਿਰ ਮੁੜ ਕੇ ਫੇਰਾ ਨਹੀਂ ਹੁੰਦਾ ਜੇ ਅੰਤ ਸੱਚ ਦੇ ਵਿੱਚ ਨਿਬੇੜਾ ਹੁੰਦਾ। ਸੱਚ ਭਾਵ ਆਤਮ ਸਰੂਪ ਦੇ ਵਿੱਚ ਲੀਨਤਾ ਹੋ ਜਾਏ। ਗੁਰਮੁਖ ਮਿਲੈ ਵਡਿਆਈ। ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਸਮਾ ਜਾਵੇ। ਗੁਰਮੁਖਾਂ ਤੋਂ, ਇਹ ਗੁਰੂ ਦੇ ਮੁਖ ਤੋਂ ਬਚਨ ਸੁਣ ਕੇ ਇਹ ਵਡਿਆਈ ਪ੍ਰਾਪਤ ਹੁੰਦੀ ਹੈ। ਇਹ ਹੋਰ ਵਡਿਆਈਆਂ ਸਾਰੀਆਂ ਦੇਖੀਆਂ ਦੁਨੀਆ ਦੀਆਂ ਆਪਾਂ। ਦੁਨੀਆ ਦੀਆਂ ਵਡਿਆਈਆਂ ਕਵਨ ਆਵੇ ਕਾਮ। ਮਹਾਰਾਜ ਨੇ ਇਹ ਵੀ ਕਿਹਾ ਨਾਲ ਵੀ ਕਿਸੇ ਕੰਮ ਦੀਆਂ ਨਹੀਂ। ਲੋਕ ਭੱਜੇ ਫਿਰਦੇ ਆ, ਮੈਨੂੰ ਸਰੋਪਾ ਮਿਲੇ, ਮੈਨੂੰ ਪ੍ਰਧਾਨਗੀ ਮਿਲੇ, ਮੈਂ ਕਿਸੇ ਸਟੇਟ ਦਾ ਮੁੱਖ ਮੰਤਰੀ ਬਣ ਜਾਵਾਂ, ਕਿਸੇ ਮੁਲਕ ਦਾ ਪ੍ਰਧਾਨ ਮੰਤਰੀ ਬਣ ਜਾ, ਰਾਸ਼ਟਰਪਤੀ ਬਣ ਜਾ, ਕਿਸੇ
ਸੰਸਥਾ ਦਾ ਚੇਅਰਮੈਨ ਬਣ ਜਾਵਾਂ, ਜੇ ਕਿਤੇ ਨਹੀਂ ਤਾਂ ਗੁਰਦੁਆਰੇ ਦਾ ਪ੍ਰਧਾਨ ਤੇ ਪੱਕਾ ਹੀ ਬਣ ਜਾਵਾਂ। ਇੰਨੀ ਭੱਜ ਦੌੜ, ਮਿਲਣਾ ਕੱਖ ਨਹੀਂ, ਰੋਟੀਆਂ ਦੋ ਹੀ ਖਾਣੀਆਂ, ਪਰ ਜਿਹੜੀ ਪੂਛਾਂ ਬੰਨਣੀਆਂ ਨੇ ਨਾਲ ਉਹ ਤੰਗ ਕਰਦੀਆਂ। ਮਨ ਦੀ ਝੂਠੀ ਤਸੱਲੀ ਹੈ ਦੁਨੀਆ ਦੀਆਂ ਵਡਿਆਈਆਂ। ਮਹਾਰਾਜ ਕਹਿੰਦੇ ਕਿਸੇ ਕੰਮ ਦੀਆਂ ਨਹੀਂ, ਦੁਨੀਆ ਕੀਆਂ ਵਡਿਆਈਆਂ, ਕਵਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ, ਅਖੀਰ ਨੂੰ ਬਿਨਸ ਜਾਂਦਾ। ਇੱਕ ਰੰਗ ਹੈ ਜਿਹੜਾ ਸਦਾ ਹੀ ਸਵਾਇਆ ਚੜ੍ਹਦਾ ਹੈ। ਸਤਿਗੁਰੂ ਕਹਿੰਦੇ ਉਹ ਗੁਰੂ ਤੋਂ ਮਿਲਦਾ, ਗੁਰਮੁਖ ਮਿਲੇ ਵਡਿਆਈ, ਸਾਚੈ ਰੰਗ ਰਾਤੇ। ਜਿਹੜੇ ਉਸ ਰੰਗ ਸੱਚੇ ਰੰਗ ਵਿੱਚ ਰੱਤੇ ਗਏ, ਸਹਿਜੇ ਮਾਤੇ, ਉਹ ਸਹਿਜੇ ਮਸਤ ਹੋ ਜਾਂਦੇ ਆ। ਮਸਤੀ ਸੰਸਾਰ 'ਚ ਸਭ ਤੋਂ ਦੁਰਲਭ ਚੀਜ਼ ਹੈ ਸਾਧ ਸੰਗਤ ਜੀ। ਭਾਈ ਵੀਰ ਸਿੰਘ ਜੀ ਕਹਿੰਦੇ ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਜੇ ਉਸ ਪ੍ਰਭੂ ਦੇ ਪਿਆਰ ਦੀ ਮਸਤੀ ਚੜ੍ਹ ਜਾਵੇ, ਉਹ ਰੰਗ ਚੜ੍ਹ ਜਾਵੇ, ਸਹਿਜ ਅਵਸਥਾ ਵਿੱਚ ਟਿਕ ਜਾਵੇ, ਮਨ ਟਿਕਦਾ ਨਹੀਂ। ਸੌਖਾ ਕੰਮ ਨਹੀਂ, ਕਥਾ ਕਰਨੀ ਸੌਖੀ ਹੈ, ਸੁਣਨੀ ਸੌਖੀ ਹੈ, ਪਰ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਇਹ ਅਵਸਥਾ ਬਣਨੀ ਔਖੀ ਹੈ। ਮਹਾਰਾਜ ਮਿਹਰ ਕਰ ਦੇਣ, ਸਾਚੇ ਰੰਗ ਰਾਤੇ, ਸੱਚੇ ਰੰਗ ਵਿੱਚ ਰੰਗੇ ਜਾਈਏ, ਸਹਿਜੇ ਮਾਤੇ, ਸਹਿਜ ਮਸਤੀ ਮਿਲ ਜਾਵੇ। ਮਾਤੇ ਮੈਨੇ ਮਸਤੀ, ਸਹਿਜੇ ਰਹੇ ਸਮਾਈ। ਉਹ ਫਿਰ ਸਹਿਜ ਹੀ ਅਕਾਲ ਪੁਰਖ ਪਰਮਾਤਮਾ ਜੋ ਸਹਿਜ ਸਰੂਪ ਹੈ ਉਹਦੇ ਵਿੱਚ ਸਮਾ ਜਾਂਦੇ ਹਨ। ਸੱਚਾ ਮਨ ਭਾਇਆ, ਸੱਚਾ ਉਹਨਾਂ ਦੇ ਮਨ ਨੂੰ ਭਾ ਜਾਂਦਾ, ਮਨ ਵਿੱਚ ਚੰਗਾ ਲੱਗਦਾ। ਸੱਚ ਵਸਾਇਆ, ਸੱਚ ਉਹਨਾਂ ਦੇ ਹਿਰਦੇ 'ਚ ਵਸ ਜਾਂਦਾ। ਸ਼ਬਦ ਰੱਤੇ ਅੰਤ ਨਿਬੇਰਾ, ਸ਼ਬਦ ਦੇ ਰੰਗ ਰੱਤਿਆਂ ਦਾ ਅੰਤ ਦਰਗਾਹ ਵਿੱਚ ਨਿਬੇੜਾ, ਜਨਮ ਮਰਨ ਦਾ, ਆਵਾਗਾਉਣ ਦਾ ਸਭ ਮੁੱਕ ਜਾਂਦਾ। ਨਾਨਕ ਨਾਮ ਰਤੇ ਸੇ ਸੱਚ ਸਮਾਣੇ। ਸਤਿਗੁਰੂ ਮਹਾਰਾਜ ਸਾਹਿਬ ਜੀ ਬਚਨ ਕਰਦੇ, ਜਿਹੜੇ ਨਾਮ ਦੇ ਰੰਗ 'ਚ ਰੰਗੇ ਗਏ ਉਹ ਸੱਚ ਵਿੱਚ ਸਮਾ ਗਏ। ਬਹੁਰ ਨਾ ਭਵ ਜਲ ਫੇਰਾ, ਮੁੜ ਕੇ ਉਹਨਾਂ ਦਾ ਸੰਸਾਰ 'ਤੇ ਫੇਰਾ ਨਹੀਂ ਪੈਂਦਾ। ਸੋ ਇਹ ਪਵਿੱਤਰ ਪਾਵਨ ਗੁਰਵਾਕ ਗਰੀਬ ਨਿਵਾਸ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਗਤਾਂ ਨਾਲ ਸਾਂਝੇ ਕੀਤੇ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਅਰਦਾਸ।